ਪਿੰਡ ਰਤਨ ਤੋਂ ਆਪਾਂ ਚੱਲਣ ਲੱਗੇ ਹਾਂ। ਹੁਣ ਆਪਾਂ ਅਗਲੇ ਸਥਾਨ ਤੇ ਜਾਣਾ ਹੈ, ਪਿੰਡ ਮੋਹੀ। ਅਗਲਾ ਸਥਾਨ ਹੈ ਮੋਹੀ। ਚੱਲਣ ਲੱਗਦੇ ਹਾਂ, ਬਸ ਉਹ ਮੋਟਰਸਾਈਕਲ ਕਰ ਲਿਆ ਸਟਾਰਟ। ਠੀਕ ਹੈ, ਹੁਣ ਮਿਲਦੇ ਹਾਂ ਪਿੰਡ ਮੋਹੀ ਜਾ ਕੇ। ਪਹੁੰਚ ਗਏ ਪਿੰਡ ਮੋਹੀ ਦੇ ਗੁਰਦੁਆਰਾ ਸਾਹਿਬ 'ਚ। ਪਿੱਛੇ ਨੇ ਗੁਰਦੁਆਰਾ ਸਾਹਿਬ। ਜਿਹੜੇ ਗੁਰਦੁਆਰਾ ਸਾਹਿਬ ਤੋਂ ਮੈਂ ਪਿੱਛੋਂ ਚੱਲਿਆ ਸੀ, ਇਹ ਨੇੜੇ ਨੇੜੇ ਨੇ ਪਿੰਡ, ਤਾਂ 2-3 ਕਿਲੋਮੀਟਰ ਦਾ ਫਰਕ ਆ। ਪਰ ਰਾਹਾਂ ਤੋਂ ਆਪਾਂ ਜਾਣੂ ਨਹੀਂ ਹੈਗੇ, ਕਿਉਂ ਨਵੇਂ ਰਾਹ ਨੇ, ਦੇਖੇ ਨਹੀਂ ਇਹ ਕਦੇ। ਉਹਦੇ ਕਰਕੇ ਟਾਈਮ ਲੱਗ ਜਾਂਦਾ, ਕਈ ਵਾਰ ਪੁੱਛਣਾ ਪੈਂਦਾ ਖੜ੍ਹ ਕੇ, ਗੂਗਲ ਮੈਪ 'ਤੇ ਚੈੱਕ ਕਰਨਾ ਪੈਂਦਾ, ਤਾਂ ਕਰਕੇ ਟਾਈਮ ਲੱਗ ਜਾਂਦਾ। ਰਾਹ ਤਾਂ 10-15 ਮਿੰਟ ਦੀ ਨੇ, 5-7 ਮਿੰਟ ਵੱਧ ਲੱਗ ਜਾਂਦੇ ਨੇ ਆਪਾਂ ਨੂੰ। ਚਲੋ ਚੱਲਦੇ ਹਾਂ ਅੰਦਰ, ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ। ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਛੱਲਾ ਸਾਹਿਬ, ਪਾਤਸ਼ਾਹੀ 10ਵੀਂ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਿਛਲੇ ਸਥਾਨਾਂ ਤੋਂ ਹੁੰਦੇ ਹੋਏ 31 ਦਸੰਬਰ 1704 ਈਸਵੀ ਨੂੰ ਇਸ ਸਥਾਨ 'ਤੇ ਪੁੱਜੇ, ਪਿੰਡ ਮੋਹੀ ਵਿੱਚ ਪੁੱਜੇ। ਉਸ ਸਮੇਂ ਉਹਨਾਂ ਦੇ ਨਾਲ 5 ਪਿਆਰਿਆਂ ਵਿੱਚੋਂ ਭਾਈ ਦਿਆਲ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਨਾਲ ਸਨ। ਇਹ ਸਥਾਨ ਪਿੰਡ ਮੋਹੀ ਦੇ ਬਾਹਰ ਸੰਘਣੇ ਦਰੱਖਤਾਂ ਦੀ ਝਿੜੀ ਸੀ, ਜਿੱਥੇ ਇੱਕ ਛੋਟੀ ਪਾਣੀ ਦੀ ਢਾਬ ਵੀ ਸੀ। ਗੁਰੂ ਜੀ ਨੇ ਇਕਾਂਤ ਥਾਂ ਜਾਣ ਕੇ ਇੱਥੇ ਰਾਤ ਵਿਸ਼ਰਾਮ ਕੀਤਾ। ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਉਹਨਾਂ ਦੇ ਪਿੰਡ ਵਿੱਚ ਆਏ ਹਨ, ਤਾਂ ਉਹ ਬਹੁਤ ਖੁਸ਼ ਹੋਏ। ਉਹਨਾਂ ਨੇ ਗੁਰੂ ਜੀ ਦੀ ਸੇਵਾ ਕੀਤੀ ਅਤੇ ਗੁਰੂ ਜੀ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਅਤੇ ਹੋਰ ਸੇਵਾ ਵਾਸਤੇ ਪੁੱਛਿਆ। ਗੁਰੂ ਸਾਹਿਬ ਦੀ ਉਂਗਲ ਵਿੱਚ ਇੱਕ ਛੱਲਾ ਪਾਇਆ ਹੋਇਆ ਸੀ, ਜਿਸ ਦੀ ਸਹਾਇਤਾ ਨਾਲ ਯੁੱਧ ਸਮੇਂ ਤੀਰ ਚਲਾਉਂਦੇ ਸਨ। ਉਂਗਲ ਨੂੰ ਸੋਜ ਆਈ ਹੋਈ ਸੀ। ਗੁਰੂ ਜੀ ਨੇ ਮਿਸਤਰੀ ਸਿੰਘ ਨੂੰ ਬੁਲਾ ਕੇ ਛੱਲਾ ਕਟਵਾਉਣ ਲਈ ਕਿਹਾ। ਪਿੰਡ ਦੇ ਭਾਈ ਜਵਾਲਾ ਜੀ ਲੋਹਾਰ ਨੇ ਛੱਲਾ ਕੱਟ ਦਿੱਤਾ। ਗੁਰੂ ਜੀ ਜਵਾਲਾ ਜੀ 'ਤੇ ਬੜੇ ਖੁਸ਼ ਹੋਏ ਅਤੇ ਉਸਦੇ ਪਰਿਵਾਰ ਨੂੰ ਪੀੜ੍ਹੀ ਦਰ ਪੀੜ੍ਹੀ ਵਧਣ ਫੁੱਲਣ ਦਾ ਵਰ ਦਿੱਤਾ ਅਤੇ ਕੱਟਿਆ ਹੋਇਆ ਛੱਲਾ ਜਵਾਲਾ ਜੀ ਨੂੰ ਨਿਸ਼ਾਨੀ ਵਜੋਂ ਦੇ ਦਿੱਤਾ। ਅੱਜ ਕੱਲ੍ਹ ਉਹਨਾਂ ਦੀ ਅੰਸ਼ ਵੰਸ਼ ਵਿੱਚੋਂ ਭਾਈ ਮਿਹਰ ਸਿੰਘ ਜੀ ਕੋਲ ਪਿੰਡ ਭੰਮੀਪੁਰਾ ਨੇੜੇ ਜਗਰਾਓਂ ਹੈ, ਉਹਨਾਂ ਲਵੇ ਇਹ ਅੱਜ ਵੀ ਛੱਲਾ ਮੌਜੂਦ ਹੈ ਜੀ। ਅਤੇ ਭਾਈ ਜਵਾਲਾ ਜੀ ਨੇ ਗੁਰੂ ਜੀ ਨੂੰ ਦਰਸ਼ਨੀ ਭੇਟਾ ਵਜੋਂ ਆਪਣੇ ਹੱਥੀਂ ਕਾਰੀਗਰੀ ਦਾ ਕਮਾਲ ਇੱਕ ਲੋਟਾ ਗੰਗਾ ਸਾਗਰ ਨਾਮ ਸੀ, ਜਿਸ ਦਾ ਉਹ ਭੇਟ ਕੀਤਾ, ਜਿਸ ਵਿੱਚ 111 ਛੇਕ ਸਨ, ਜਿਸ ਵਿੱਚ ਰੇਤ ਪਾਇਆ ਤਾਂ ਕਿਰ ਜਾਂਦੀ ਸੀ ਅਤੇ ਦੁੱਧ ਪਾਉਣ ਦੇ ਸਮੇਂ ਚੌਂਦਾ ਨਹੀਂ ਸੀ। ਇਹ ਗੰਗਾ ਸਾਗਰ ਗੁਰੂ ਜੀ ਨੇ ਨਿਸ਼ਾਨੀ ਵਜੋਂ ਰਾਏਕੋਟ ਦੇ ਸੇਵਕ ਰਾਏ ਕੱਲਾ ਜੀ ਨੂੰ ਦੇ ਗਏ, ਜੋ ਅੱਜ ਕੱਲ੍ਹ ਉਹਨਾਂ ਦੇ ਪਰਿਵਾਰ ਦੇ ਮੈਂਬਰ ਅਜ਼ੀਜ਼ ਉੱਲਾ ਵਾਸੀ ਪਾਕਿਸਤਾਨ ਕੋਲ ਹੈ। ਪਿੰਡ ਮੋਹੀ ਦੀ ਸੰਗਤ ਨੇ ਗੁਰੂ ਸਾਹਿਬ ਪਾਸੋਂ ਚੜ੍ਹੀ ਆਓ ਲੱਥੀ ਜਾਓ ਦਾ ਵਰ ਪ੍ਰਾਪਤ ਕੀਤਾ, ਜਿਸ ਦਾ ਮਤਲਬ ਸੀ ਕਿ ਪਿੰਡ 'ਤੇ ਕੋਈ ਵੀ ਆਫਤ ਆਵੇ ਤਾਂ ਉਹ ਟਲ ਜਾਵੇਗੀ, ਪਿੰਡ ਦਾ ਵਾਲ ਵੀ ਵਿੰਗਾ ਨਹੀਂ ਹੋਵੇਗਾ। ਕਿਹਾ ਜਾਂਦਾ ਹੈ ਕਿ 1845 ਦੀ ਜੰਗ ਵਿੱਚ ਅੰਗਰੇਜ਼ਾਂ ਵੱਲੋਂ ਬੱਦੋਵਾਲ ਪਿੰਡ 'ਤੇ ਹਮਲਾ ਕੀਤਾ ਗਿਆ ਸੀ ਅਤੇ ਬੱਦੋਵਾਲ ਦੇ ਨਾਲ ਦੇ ਲੱਗਦੇ ਪਿੰਡਾਂ ਦਾ ਬਹੁਤ ਨੁਕਸਾਨ ਹੋਇਆ ਸੀ, ਪਰ ਪਿੰਡ ਮੋਹੀ ਦਾ ਵਾਲ ਵੀ ਵਿੰਗਾ ਨਾ ਹੋਇਆ। ਜੋ ਤਸਵੀਰ ਹੁਣ ਤੁਸੀਂ ਦੇਖ ਰਹੇ ਹੋ ਜੀ, ਇਸ ਵਿੱਚ ਉਸ ਸਮੇਂ ਦਾ ਦ੍ਰਿਸ਼ ਦਿਖਾਇਆ ਗਿਆ ਹੈ। ਲੋਹਾਰ ਵੱਲੋਂ ਗੁਰੂ ਜੀ ਦਾ ਛੱਲਾ ਵੱਢਿਆ ਜਾ ਰਿਹਾ ਹੈ ਜੀ। ਜਿਸ ਤਸਵੀਰ ਦੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜੀ, ਇਹ ਤਸਵੀਰ ਉਹੀ ਛੱਲੇ ਦੀ ਹੈ ਜੋ ਗੁਰੂ ਸਾਹਿਬ ਤੀਰ ਚਲਾਉਣ ਸਮੇਂ ਆਪਣੇ ਉਂਗਲ ਵਿੱਚ ਪਾਉਂਦੇ ਸੀ ਜੀ।
ਇਸ ਛੱਲੇ ਦਾ ਅਸਲ ਨਾਮ ਸੀ ਗੁਲਸਤਰਾਣ, ਜੋ ਤੀਰ ਚਲਾਉਣ ਸਮੇਂ ਕੰਮ ਆਉਂਦਾ ਹੈ ਉਸ ਨੂੰ ਗੁਲਸਤਰਾਣ ਕਿਹਾ ਜਾਂਦਾ ਹੈ ਜੀ। ਪਿੰਡ ਮੋਹੀ ਤੋਂ ਲੱਗਿਆ ਚੱਲਣ, ਇੱਥੇ ਬਾਬਾ ਜੀ ਨੇ ਇੱਕ ਮੈਨੂੰ ਕਿਤਾਬ ਦਿੱਤੀ ਹੈ ਤਣਾਅ ਕੰਟਰੋਲ। ਇੱਥੇ ਕਹਿੰਦੇ ਕੋਈ ਜਿਹਦੀ ਕਿਤਾਬ ਆ ਉਹ ਦੇ ਗਏ ਇੱਥੇ, ਉਹ ਕਹਿੰਦੇ ਤੁਸੀਂ ਵੰਡ ਦਿਓ। ਅਤੇ ਸੋਹਣੀ ਲੱਗੀ ਕਿਤਾਬ, ਜਿੰਨਾ ਕੁ ਮੈਂ ਉੱਪਰੋਂ ਨਾਂ ਪੜ੍ਹਿਆ, ਟਾਈਟਲ ਪੜ੍ਹਿਆ ਤਣਾਅ ਕੰਟਰੋਲ। ਸਟਰੈਸ 'ਚ ਨੇ ਜਿਹੜੇ, ਜਿਵੇਂ ਸਟਰੈਸ 'ਚ ਲੜ ਪਾਉਂਦਾ ਕੋਈ, ਘਰੋਂ ਚਲਿਆ ਜਾਂਦਾ, ਉਹ ਸਾਰੀ ਗੱਲਬਾਤ ਆ। ਪੜ੍ਹਾਂਗੇ ਇਹਨੂੰ ਜਦੋਂ ਫ੍ਰੀ ਹੋਏ, ਪਿੰਡ ਗਏ ਵਿਹਲੇ ਬਹਿ ਕੇ ਪੜ੍ਹਾਂਗੇ ਆਰਾਮ ਦੇ ਨਾਲ। ਸੋ ਚੱਲਦੇ ਹਾਂ ਹੁਣ ਅੱਗੇ ਵੱਲ, ਚਾਲੇ ਪਾਉਂਦੇ ਹਾਂ ਔਰੋਂ ਪਿੰਡ ਮੋਹੀ ਤੋਂ ਚੱਲਣ ਲੱਗਦੇ ਹਾਂ ਆਪਾਂ। ਪਿੰਡ ਮੋਹੀ ਤੋਂ ਆਪਾਂ ਚੱਲੇ ਸੀਗੇ, ਆਹ ਸੜਕ ਜਾਣਾ ਸੀ, ਇਹ ਗੁਰੂ ਗੋਬਿੰਦ ਸਿੰਘ ਮਾਰਗ ਹੈ ਜਿਹੜਾ, ਮਤਲਬ ਜਿਹਤੇ ਉਹ ਬੋਰਡ ਲੱਗੇ ਹੋਏ ਨੇ ਗੁਰੂ ਗੋਬਿੰਦ ਸਿੰਘ ਮਾਰਗ 'ਤੇ ਸੜਕ ਜਾਂਦੀ ਹੈ। ਪਰ ਇਹ ਸੜਕ ਬਣ ਰਹੀ ਆ, ਉਰੇ ਤੱਕ ਤਾਂ ਠੀਕ ਸੀ, ਉਹ ਕਿਲੋਮੀਟਰ ਤੱਕ, ਉਹ ਤੋਂ ਗਾਹਾਂ ਵੱਟੇ ਪਾਏ ਹੋਏ ਨੇ, ਇਹਦੇ ਤਾਂ ਰੋਡ ਕੁੱਟਣਾ ਫੇਰਤਾ ਇਹਨਾਂ ਨੇ। ਚੱਲ ਇਹਦੇ ਤਾਂ ਮੋਟਰਸਾਈਕਲ ਚੱਲ ਜਾਂਦਾ, ਉਹ ਤੋਂ ਗਾਹਾਂ ਨਹੀਂ ਚੱਲਦਾ। ਉੱਧਰੋਂ ਬਾਈ ਆ ਰਹੇ ਸੀ ਪਿੱਛੋਂ, ਉਹਨਾਂ ਨੇ ਦੱਸਤਾ। ਹੁਣ ਹੋਰ ਰੋਡ ਲੱਭਦੇ ਆਪਾਂ, ਪਿੰਡ ਜਾਣਾ ਹੈ ਹੇਰਾਂ ਵੀ ਕਹਿ ਦਿੰਦੇ ਨੇ, ਹੇਹਰ, ਦੋ ਨਾਂ ਨੇ ਪਿੰਡ ਦੇ, ਇੱਕੇ ਪਿੰਡ ਦੇ। ਚਲੋ ਦੇਖਦੇ ਹਾਂ, ਲੱਭਦੇ ਹਾਂ ਸੜਕ। ਇੱਕ ਉਹ ਸੜਕ ਜਾਂਦੀ ਆ ਉੱਧਰ ਨੂੰ, ਉਹ ਟਰਾਈ ਕਰਦੇ ਹਾਂ, ਜਾ ਕੇ ਦੇਖਦੇ ਹਾਂ, ਗੂਗਲ ਮੈਪ ਲਾਉਂਦੇ ਹਾਂ, ਉਹ ਉੱਧਰ ਜਾਂਦੇ ਹਾਂ, ਚੱਲਦੇ ਹਾਂ ਫਿਰ। ਹੁਣ ਆਹ ਰਾਹ ਜਾਣਾ ਪਊ ਆਪਾਂ ਨੂੰ ਕੱਚਾ, ਇੱਧਰ ਸੜਕ ਚੱਲਦੀ ਹੈ ਅਤੇ ਆਹ ਰਾਹ 'ਤੇ ਜਾਵਾਂਗੇ, ਨਾਲ ਸੜਕ 'ਤੇ ਸੂਏ ਨੂੰ ਜਾਣਾ ਪਊ। ਫਿਰ ਇਹ ਹੁਣ ਜਾਊਗੀ ਪਿੰਡ ਹੇਰਾਂ। ਰੋਡ ਬਣਨ ਕਰਕੇ ਪਿੰਡਾਂ 'ਚ ਦੀ ਉਲਝਣ ਤਾਣੀ ਜੀ ਪੈ ਗਈ। ਪਹਿਲਾਂ ਕੱਚੇ ਰਾਹ ਏ, ਹੁਣ ਆਹ ਪਿੰਡਾਂ 'ਚ ਦੀ ਆ ਰਹੇ ਹਾਂ। ਨਹੀਂ ਉੱਥੋਂ ਸਿੱਧੀ ਸੜਕ ਹੇਰਾਂ ਜਾਣੀ ਸੀ, ਹੁਣ ਇਹ ਘੁੰਮ ਕੇ ਜਾਣਾ ਪੈ ਰਿਹਾ ਆਪਾਂ ਨੂੰ। ਪਤਾ ਨਹੀਂ ਹੁਣ ਇਹ ਕਿਹੜਾ ਪਿੰਡ ਆ, ਹਲੇ ਐਂ ਤਾਂ ਪਤਾ ਨਹੀਂ ਲੱਗਿਆ ਮੈਨੂੰ। ਚਲੋ ਦੇਖਦੇ ਹਾਂ। ਹੁਣ ਸਹੀ ਰਾਹ 'ਤੇ ਪਏ ਆਪਾਂ, ਸਾਹਮਣੇ ਗੇਟ ਆ ਗਿਆ ਗੁਰੂ ਗੋਬਿੰਦ ਸਿੰਘ ਜੀ ਮਾਰਗ, ਪਿੰਡ ਘੁਮਾਣ ਪਿੰਡ ਦਾ ਨਾਂ ਆ ਜੀ, ਪਿੰਡ ਘੁਮਾਣ। ਸਾਹਮਣੇ ਆ ਗਿਆ ਵੱਡਾ ਰੋਡ ਰਾਏਕੋਟ ਵਾਲਾ, ਅਤੇ ਆਪਾਂ ਜਾਣਾ ਖੱਬੇ ਹੱਥ ਨੂੰ, ਇੱਧਰ ਨੂੰ ਜਾਣਾ ਆਪਾਂ। ਆਹ ਸੜਕ 'ਤੇ ਦੇਖੋ ਵੱਟੇ ਪਏ ਹੋਏ ਨੇ, ਅੱਜ ਬੜਾ ਹੈਰਾਨ ਕਰਿਆ ਯਾਰ, ਰੋਡ ਬਣਦੇ ਕਰਕੇ ਬੜੀ ਹੈਰਾਨੀ ਹੋਈ। ਚਲੋ ਚੱਲਦੇ ਹਾਂ ਆਪਾਂ, ਹੈਰਾਨਗਰੀ ਹੋਈ ਅੱਜ। ਖੱਬੇ ਹੱਥ ਨੂੰ ਪਿੰਡ ਹੇਰਾਂ, ਇਹ ਹੈਗਾ ਪਿੰਡ ਸੁਧਾਰ। ਅਤੇ ਜਿਹੜਾ ਮੈਂ ਕਹਿਆ ਸੀ ਵੀ ਆਪਾਂ ਤੋਂ ਖੱਬੇ ਮੁੜਾਂਗੇ, ਆਪਾਂ ਖੱਬੇ ਨਹੀਂ ਮੁੜੇ, ਆਪਾਂ ਸਿੱਧੇ ਹੀ ਲੰਘੇ ਆਏ, ਕਿਉਂਕਿ ਉੱਥੇ ਬੋਰਡ ਆ ਗਿਆ ਸੀ ਗੁਰੂ ਗੋਬਿੰਦ ਸਿੰਘ ਮਾਰਗ ਦਾ ਕਿ ਸਿੱਧਾ ਜਾਓ। ਮੈਪ ਦੱਸੀ ਜਾਂਦਾ ਉਹਦੀ ਖੱਬੇ ਹੱਥ ਨੂੰ। ਮੈਂ ਸੋਚਿਆ ਵੀ ਹੁਣ ਮੈਪ ਬੰਦ ਕਰਦੇ ਹਾਂ, ਜਹੀਂ ਚੱਲਦੇ ਹਾਂ, ਦੇਖੀ ਜਾਊ ਕੀ ਬਣਦਾ। ਤਾਂ ਪੁੱਛ ਲਾਂਗੇ ਜਾ ਕੇ। ਦੋ ਬੋਰਡ ਆ ਗਏ ਗੁਰੂ ਗੋਬਿੰਦ ਸਿੰਘ ਮਾਰਗ ਦੇ, ਇਹ ਰਾਹ ਆਪਾਂ ਹੁਣ ਸਹੀ ਜਾ ਰਹੇ ਹਾਂ, ਹੇਰਾਂ ਪਿੰਡ ਨੂੰ ਜਾ ਰਹੇ ਹਾਂ। ਪਿੱਛੇ ਮੈਂ ਪੁੱਛਿਆ ਸੀ, ਇੱਕ ਬਾਪੂ ਜੀ ਬੈਠੇ ਸੀ, ਉਹ ਕਹਿੰਦੇ ਅਗਲਾ ਪਿੰਡ ਹੇਰਾਂ ਭਾਈ, ਅਗਲਾ ਪਿੰਡ ਹੇਰਾਂ ਹੀ ਸੜਕ ਤੁਸੀਂ ਜਾਓ। ਅਤੇ ਬਿਲਕੁਲ ਸਹੀ ਜਾ ਰਹੇ ਹਾਂ ਆਪਾਂ, ਪਿੱਛੋਂ ਸਹੀ ਆਇਆ। ਅਤੇ ਆਹ ਬੋਰਡ ਵੀ ਆ ਗਿਆ ਗੁਰੂ ਗੋਬਿੰਦ ਸਿੰਘ ਮਾਰਗ ਦਾ, ਦੇਖੋ ਆਹ ਦੇਖੋ ਵੀ। ਅਤੇ ਹੁਣ ਮਿਲਦੇ ਹਾਂ ਆਪਾਂ ਜਾ ਕੇ ਪਿੰਡ ਹੇਰਾਂ ਦੇ ਗੁਰਦੁਆਰਾ ਸਾਹਿਬ ਅੱਗੇ। ਪਹੁੰਚ ਗਏ ਆਪਾਂ ਪਿੰਡ ਹੇਰਾਂ ਦੇ ਗੁਰਦੁਆਰਾ ਸਾਹਿਬ ਅੱਗੇ। ਇਹ ਆ ਗੁਰਦੁਆਰਾ ਸਾਹਿਬ, ਇੱਧਰ ਹੈਗਾ ਇਤਿਹਾਸ। ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀਂ ਹੇਰਾਂ। ਇਸ ਨਗਰ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਨੇ ਅਤੇ ਗੁਰੂ ਗੋਬਿੰਦ ਸਿੰਘ ਜੀ ਵੀ ਆਏ ਨੇ। ਇਹ ਸਾਰਾ ਇਤਿਹਾਸ ਆਪਾਂ ਨਾਲ ਦੀ ਨਾਲ ਤੁਹਾਨੂੰ ਦੱਸਾਂਗੇ, ਨਾਲ ਦੀ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ। ਇਸ ਪਿੰਡ ਦਾ ਨਾਮ ਹੈ ਜੀ ਹੇਰਾਂ, ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀਂ। ਇਸ ਪਿੰਡ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਹਮੀਰੇ ਦਾ ਪ੍ਰੇਮ ਦੇਖ ਕੇ ਆਪਣੇ ਪਵਿੱਤਰ ਚਰਨ ਪਾਏ ਜੀ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਇਸ ਸਥਾਨ 'ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਰਨ ਪਾਏ। ਗੁਰੂ ਸਾਹਿਬ ਪਿੰਡ ਮੋਹੀ ਤੋਂ ਚੱਲ ਕੇ ਇਸ ਪਿੰਡ ਵਿੱਚ ਪਹੁੰਚੇ। ਜਦੋਂ ਗੁਰੂ ਸਾਹਿਬ ਇਸ ਪਿੰਡ ਵਿੱਚ ਪਹੁੰਚੇ, ਇਸ ਨਗਰ ਵਿੱਚ ਮਹੰਤ ਕਿਰਪਾਲ ਦਾਸ ਜੀ ਰਹਿੰਦੇ ਸਨ, ਜੋ ਕਿ ਬੜੇ ਉੱਚੇ ਮਹਾਤਮਾ ਹੋਏ, ਜਿਨ੍ਹਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਤੇ ਅਤੇ ਭਗਾਣੀ ਦੇ ਯੁੱਧ ਵਿੱਚ ਕੁੱਤਕੇ ਨਾਲ ਹੀ ਦੁਸ਼ਮਣਾਂ ਨੂੰ ਜੰਗ ਧਾਮ ਪਹੁੰਚਾਇਆ। ਇਸ ਜਗ੍ਹਾ 'ਤੇ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਪ੍ਰਸ਼ਾਦ ਤਿਆਰ ਕਰਵਾ ਕੇ ਛਕਾਇਆ ਅਤੇ ਮਹੰਤ ਜੀ ਨਾਲ ਵਿਚਾਰ ਵਟਾਂਦਰਾ ਕੀਤਾ। ਅਤੇ ਮਹੰਤ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ, ਇੱਥੇ ਸਭ ਨੇੜਲੇ ਪਿੰਡਾਂ ਵਿੱਚ ਮੁਸਲਮਾਨ ਰਹਿੰਦੇ ਹਨ। ਮਹੰਤ ਜੀ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਤੁਹਾਡਾ ਰਹਿਣਾ ਇੱਥੇ ਸੁਰੱਖਿਅਤ ਨਹੀਂ। ਗੁਰੂ ਮਹਾਰਾਜ ਨੇ ਬੇਨਤੀ ਮੰਨ ਕੇ ਇਸ ਤੋਂ ਅੱਗੇ ਰਾਜੋਆਣਾ ਕਲਾਂ ਤੋਂ ਹੁੰਦੇ ਹੋਏ ਰਾਏਕੋਟ ਵੱਲ ਨੂੰ ਚਾਲੇ ਪਾ ਲਏ।
ਦਰਬਾਰ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਹੈ। ਨਵੇਂ ਦਰਬਾਰ ਸਾਹਿਬ ਬਣਾਏ ਜਾ ਰਹੇ ਨੇ। ਦਰਬਾਰ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਆ ਤੇ ਸਾਰਾ ਸਮਾਨ ਪਿਆ ਇੱਧਰ, ਪੱਥਰ ਪਿਆ, ਸਾਰੀ ਤਿਆਰੀ ਹੋ ਰਹੀ ਆ। ਹਾਲੇ ਇੱਧਰ ਤਾਂ ਜਿਵੇਂ ਕੁਛ ਥਾਵੇਂ ਦਾ ਪੱਥਰ ਲਾਤਾ, ਬਾਕੀ ਅੰਦਰ ਹਲੇ ਰਹਿੰਦਾ। ਇਹ ਸੀ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ। ਤੇ ਇਸ ਤੋਂ ਬਾਅਦ ਆਪਾਂ ਹੁਣ ਅੱਗੇ ਲਈ ਚਾਲੇ ਪਾਵਾਂਗੇ, ਜੋ ਵੀ ਅੱਗੇ ਸਥਾਨ ਆਉਣਗੇ। ਹੁਣ ਆਪਾਂ ਉੱਧਰ ਵੱਲ ਨੂੰ ਚੱਲਦੇ ਹਾਂ। ਆਪਾਂ ਹੁਣ ਦਰਸ਼ਨ ਕਰੇ ਗੁਰਦੁਆਰਾ ਸਾਹਿਬ ਜਿਹੜਾ ਹੀਰਾਂ ਪਿੰਡ ਵਿੱਚ ਹੈ। ਇਸ ਤੋਂ ਬਾਅਦ ਆਪਾਂ ਜਾਣਾ ਹੈ ਪਿੰਡ ਰਾਜੋਆਣਾ। ਉਹ ਇੱਥੋਂ 2 ਕਿਲੋਮੀਟਰ ਦੀ ਦੂਰੀ 'ਤੇ ਹੈ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਇੱਥੋਂ ਚੱਲ ਕੇ ਪਿੰਡ ਰਾਜੋਆਣਾ ਵਿਖੇ ਗਏ ਸੀਗੇ। ਅਤੇ ਚੱਲਣ ਲੱਗਦੇ ਹਾਂ ਇੱਥੋਂ ਆਪਾਂ, ਚਾਲੇ ਪਾਉਂਦੇ ਹਾਂ ਉਰੋਂ। ਪਿੰਡ ਰਾਜੋਆਣਾ ਹੈਗਾ ਉਰੋਂ 2 ਕਿਲੋਮੀਟਰ, ਮੈਂ ਗੂਗਲ ਮੈਪ 'ਤੇ ਕਰਿਆ ਚੈੱਕ। ਅਤੇ ਚਲੋ ਚੱਲਦੇ ਹਾਂ।